कोट रामदास जलंधर की रहने वाली ज्योति पत्नी प्रवीण काजल ने अपने ससुराल वालों पर दहेज उत्पीड़न का आरोप लगाया है। पीड़िता ने बताया कि मेरे ससुराल वालों ने दहेज के लिए मुझे जलाने की भी कोशिश की, जिसमें मेरे सिर के बाल जला दिए गए। फिर किसी तरह मेरे पति ने बीच बिचा मुझे बचा लिया। पीड़िता के पति ने बताया कि मैं पहले अपनी मां का साथ देता था, लेकिन जब मैंने मेरी पत्नी के साथ ज्यादती होती देखी तो मैंने अपनी मां का साथ छोड़ अपनी पति का साथ देना ठीक समझा। पीड़िता ने आगे बताया कि अस्पताल में इलाज दौरान MLR कटवाने के बाद तुरंत पुलिस स्टेशन राम मंडी में कंप्लेंट करवाने के लिए पहुंचे तो ASI बलविंदर कुमार ने कंप्लेंट दर्ज करने की बजाय मुझसे अभद्र भाषा का प्रयोग करते हुए गाँव दिखाने को कहा, जिसका मेरे पति ने विरोध किया और लेडीज कांस्टेबल को बुलाने को कहा, लेकिन वहां कोई भी महिला अधिकारी मौजूद नहीं थी, ना ही किसी ने महिला अधिकारी को बुलाया। इतना समय बीत जाने के बाद भी अभी तक इस मामले में कोई कार्रवाई नहीं हुई है। मैं यही दसना चाहती हाँ कि मेरे को यही 7 साल 6 ਸਾਲਾਂ ਤੋਂ ਇਹੀ ਹੁੰਦਾ ਆਇਆ ਅਤਿਆਚਾਰ ਮੇਰੇ ਨਾਲ ਹੁੰਦਾ ਹੈ ਦਹੇਜ ਕਰਕੇ। ਤੁਹਾਡਾ ਵਿਆਹ ਕਿਹੜੇ ਸੰਨ ਦੇ ਵਿੱਚ ਹੋਇਆ ਸੀ? ਮੇਰੇ 2014 ਚ ਹੋਇਆ ਜੀ ਵਿਆਹ। ਤੇ 2014 ਚ ਵਿਆਹ ਹੋਇਆ, ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਤੁਹਾਡੇ ਘਰ ਦੇ ਵਿੱਚ? ਜੀ ਮਾਹੌਲ ਤਾਂ ਠੀਕ ਠਾਕ ਹੀ ਸੀਗਾ। ਉਸ ਤੋਂ ਬਾਅਦ ਪਹਿਲਾਂ 2 ਮਹੀਨਿਆਂ ਬਾਅਦ ਮੇਰੀ ਸੱਸ ਤੇ ਮੇਰੇ ਸਹੁਰਾ ਪਰਿਵਾਰ ਮੈਨੂੰ ਤੰਗ ਕਰਨ ਲੱਗ ਪਏ ਸੀ ਦਹੇਜ ਕਰਕੇ, ਤੇ ਮੈਨੂੰ ਕੁੱਟਣਾ ਮਾਰਨਾ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸੀ ਇਹਨਾਂ ਨੇ। ਤੇ ਮੈਂ ਆਪਣੇ ਘਰ ਦੇ ਕਰਕੇ ਫਿਰ ਵੀ ਮੇਰਾ ਘਰ ਵਾਲਾ ਕਹਿੰਦਾ ਚਲੋ ਕੋਈ ਗੱਲ ਨਹੀਂ, ਚਲੋ ਕੋਈ ਗੱਲ ਨਹੀਂ, ਛੱਡੋ ਪਰੇ ਐਂ ਕਰਕੇ ਇਹਨਾਂ ਦਾ ਹੌਂਸਲਾ ਜ਼ਿਆਦਾ ਵੱਧ ਗਿਆ ਤੇ ਇਹ ਮੇਰੇ 'ਤੇ ਜ਼ਿਆਦਾ ਅਤਿਆਚਾਰ ਕਰਨ ਲੱਗ ਪਏ। ਹੁਣ ਤੱਕ ਵੀ ਇਹ ਮੈਨੂੰ ਮੇਰੇ ਜਦੋਂ ਪ੍ਰੈਗਨੈਂਟ ਹੋਈ ਸੀਗੀ ਪਹਿਲੀ ਵਾਰ ਤੇ ਮੇਰੇ ਬੱਚਾ ਸੀਗਾ ਹੁਣ ਢਿੱਡ 'ਚ, ਮੇਰੀ ਸੱਸ ਮੈਨੂੰ ਧੱਕੇ ਮਾਰਦੀ ਹੁੰਦੀ ਸੀ ਗੇਟਾ ਰੱਖਣ ਵੀ। ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਘਰੋਂ ਬਾਹਰ ਕੱਢ ਕੇ ਫਿਰ ਮੈਨੂੰ ਵਾਪਸ ਲੈ ਆਏ ਆਪਣੇ ਘਰ ਬੱਚਿਆਂ ਦੇ ਸਮੇਤ ਵਾਪਸ ਲੈ ਆਏ। ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜ਼ਿਆਦਾ ਤੰਗ ਕਰਨਾ ਪਏ, ਕਹਿੰਦੇ ਤੇਰੇ ਮਾਪੇ ਨੇ ਤੈਨੂੰ ਮਿਲਣ ਨਹੀਂ ਦੇਣਾ ਹੈਗਾ ਜੇ ਆਪਣੇ ਘਰੋਂ ਤੂੰ ਦਾਜ ਨਹੀਂ ਲੈ ਕੇ ਆਈ। ਤੇ ਮੈਨੂੰ ਗੰਦੀਆਂ ਗਾਲਾਂ ਕੱਢਣੀਆਂ, ਮੈਨੂੰ ਚੂੜੀ ਚਮਾੜੀ ਕਹਿਣਾ, ਇੱਦਾਂ ਦੀਆਂ ਗੱਲਾਂ ਕਰਨੀਆਂ ਸੀ ਜਿਹੜੇ ਤੁਹਾਨੂੰ ਮੈਂ ਦੱਸ ਨਹੀਂ ਸਕਦੀ। ਇਸ ਟਾਈਮ ਸ਼ੁਰੂ ਤੋਂ ਮੈਨੂੰ ਇੰਨਾ ਮੈਂਟਲੀ ਟੌਰਚਰ ਕਰਦੇ ਆਏ ਆ। ਇਹ ਸ਼ੁਰੂ ਤੋਂ ਮੈਨੂੰ ਕਹਿਣ ਲੱਗ ਪੈਂਦੇ ਸੀ ਜੇ ਅਗਰ ਤੂੰ ਆਪਣੇ ਮਾਪੇ ਨਾਲ ਮਿਲੀ ਤੈਨੂੰ ਅਸੀਂ ਇਹ ਕਰ ਦੂੰਗੇ, ਅਸੀਂ ਉਹ ਕਰ ਦੂੰਗੇ, ਤੈਨੂੰ ਜਾਨੋਂ ਮਾਰ ਦਾਂਗੇ, ਤੈਨੂੰ ਤੇਰੇ ਬੱਚੇ ਨੂੰ ਜਾਨੋਂ ਮਾਰ ਦੂੰਗੇ। ਮੈਨੂੰ ਧਮਕੀਆਂ ਦਿੰਦੇ ਰਹੇ, ਪਰ ਫਿਰ ਵੀ ਮੈਂ ਚੁੱਪ ਕਰਕੇ ਬੈਠੀ ਰਹੀ, ਸਹਿੰਦੀ ਰਹੀ 6 ਸਾਲਾਂ ਤੋਂ ਇਹ। ਤੇ ਹੁਣ ਇਹਨਾਂ ਨੇ ਮੈਨੂੰ ਸਭ ਕੁਝ ਜ਼ਿਆਦਾ ਅੱਧ ਤੋਂ ਜ਼ਿਆਦਾ ਹੋ ਚੁੱਕਾ ਹੈ। ਮੈਨੂੰ ਇਹਨਾਂ ਨੇ ਕੁਝ 9 ਮਹੀਨਿਆਂ ਤੋਂ ਇਹਨਾਂ ਨੇ 25/8/2020 ਨੂੰ ਇਹਨਾਂ ਨੇ ਮੈਨੂੰ ਤੇਲ ਪਾ ਕੇ ਅੱਗ ਲਾਈ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫਿਰ 31/8 ਨੂੰ ਇਹਨਾਂ ਨੇ ਮੈਨੂੰ ਮੇਰੇ ਮੁੰਡੇ ਸੱਦ ਕੇ ਬਾਹਰੋਂ ਮੇਰੀ ਇੱਜ਼ਤ ਨੂੰ ਹੱਥ ਪਵਾਇਆ, ਉਹ ਵੀ ਮੇਰੇ ਕੱਪੜੇ ਫਾੜੇ ਇਹਨਾਂ ਨੇ। ਫਿਰ ਉਸ ਤੋਂ ਬਾਅਦ ਮੈਨੂੰ ਬਾਹਰੋਂ ਲੋਕ ਲਾ ਦਿੱਤਾ ਮੁੰਡੇ ਅੰਦਰ ਵਾੜ ਕੇ। ਫਿਰ ਮੈਂ ਪੁਲਿਸ ਸੱਦੀ, ਪੁਲਿਸ ਪ੍ਰਸ਼ਾਸਨ ਨੇ ਇਹਨਾਂ ਮੁੰਡਿਆਂ ਦਾ ਸਾਥ ਦਿੱਤਾ, ਉਲਟਾ ਮੈਂ ਉਹਨਾਂ ਦੇ ਖਿਲਾਫ ਨਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਾ ਉਹਨਾਂ 'ਤੇ ਕਾਰਵਾਈ ਕੀਤੀ। ਅੱਛਾ, ਹੁਣ ਤੁਹਾਡੀਆਂ 3 ਗੱਲਾਂ ਜਿਹੜੀਆਂ ਹੈਗੀਆਂ ਨੇ, ਇੱਕ ਤਾਂ ਤੁਹਾਨੂੰ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਤੇ ਤੁਹਾਡੇ ਪਤੀ ਜਿਹੜੇ ਆ ਉਸ ਵੇਲੇ ਕਿੱਥੇ ਸੀਗੇ? ਜੀ ਪਤੀ ਉਹਨਾਂ ਨੇ ਸ਼ੁਕਰ ਕਰੋ ਮੇਰੇ ਕੋਲ ਸੀ, ਉਹਨਾਂ ਨੇ ਹੀ ਬਚਾਇਆ, ਨਹੀਂ ਤਾਂ ਤੁਹਾਡੇ ਸਾਹਮਣੇ ਮੈਂ ਨਹੀਂ ਹੋਣਾ ਸੀਗਾ। ਜੋ ਵੀ ਤੁਹਾਨੂੰ ਦੱਸਦੀ ਹਾਂ ਮੈਂ ਦੱਸਣ ਜੋਗੀ ਨਹੀਂ ਹੋਣਾ ਸੀ, ਤੇ ਇਸ ਲਈ ਮੇਰੇ ਹਸਬੈਂਡ ਨੇ ਮੈਨੂੰ ਬਚਾਇਆ ਉਸ ਟਾਈਮ ਉਹਨਾਂ ਨੇ। ਅੱਛਾ, ਜਦੋਂ ਤੁਹਾਡੇ ਉੱਤੇ ਤੇਲ ਪਾ ਕੇ ਇਹਨਾਂ ਨੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤੁਹਾਡੇ ਵੱਲੋਂ ਜਾਂ ਤੁਹਾਡੇ ਹਸਬੈਂਡ ਦੇ ਵੱਲੋਂ ਕੋਈ ਕਾਰਵਾਈ ਜਾਂ ਕੋਈ ਕੰਪਲੇਂਟ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਕਿਤੇ ਕੰਪਲੇਂਟ ਦਿੱਤੀ ਆਪਣੀ ਉਸ ਵਾਰਦਾਤ ਦੀ ਸਾਰੀ? ਹਾਂਜੀ ਜੀ, ਮੈਂ 25/8 ਨੂੰ ਮੇਰੇ 'ਤੇ ਜਦੋਂ ਤੇਲ ਪਾ ਕੇ ਸਾੜਨ ਦੀ ਅੱਗ ਕੀਤੀ ਸੀ, ਰਾਤ ਨੂੰ ਮੈਂ MLR ਕਟਾਈ ਹਸਪੀਟਲ ਜਾ ਕੇ MLR ਕਟਾਈ, ਤੇ ਅਗਲੇ ਦਿਨ ਮੈਂ ਰਾਮ ਮੰਡੀ ਥਾਣੇ ਗਈ। ਉੱਥੇ ਜਾ ਕੇ ਇਹਨਾਂ ਦੇ ਸ਼ਿਕਾਇਤ ਲਿਖਾਉਣ ਗਈ ਤੇ ਪੁਲਿਸ ਵਾਲਿਆਂ ਨੇ ਰਾਮ ਮੰਡੀ ਥਾਣੇ ASI ਨੇ ਹੁਣ ਮੇਰੀ ਕੰਪਲੇਂਟ ਨਹੀਂ ਲਿਖੀ ਵਾਪਸ, ਉਲਟਾ ਮੇਰੇ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਿੱਦਾਂ ਦੀ ਬਦਤਮੀਜ਼ੀ ਕੀਤੀ ਤੁਹਾਡੇ? ਕਹਿੰਦੇ ਵੀ ਤੂੰ ਆਪਣੇ ਕੱਪੜੇ ਚੁੱਕ ਕੇ ਦਿਖਾ, ਕਿੱਥੇ ਤੇਰੇ ਸੱਟਾਂ ਲੱਗੀਆਂ। ਜਿਸ ਵੇਲੇ ਉਹਨਾਂ ਨੇ ਤੁਹਾਨੂੰ ਆਹ ਗੱਲ ਕਹੀ ਕਿ ਤੁਸੀਂ ਆਪਣੇ ਕੱਪੜੇ ਚੱਕ ਕੇ ਦਿਖਾਓ ਕਿ ਤੁਹਾਨੂੰ ਸੱਟਾਂ ਕਿੱਥੇ ਲੱਗੀਆਂ, ਤੇ ਉਸ ਵੇਲੇ ਉੱਥੇ ਲੇਡੀਜ਼ ਕਾਂਸਟੇਬਲ ਕੋਈ ਮੌਜੂਦ ਨਹੀਂ ਸੀ ਕਿ ਉਹਨਾਂ ਨੇ ਆਹ ਗੱਲ ਤੁਹਾਨੂੰ ਕਿੱਦਾਂ ਕਹੀ? ਤੁਸੀਂ ਇਸ ਗੱਲ ਦੇ ਉੱਤੇ ਆਬਜੈਕਸ਼ਨ ਚੱਕੀ? ਜੀ ਹਾਂਜੀ, ਉਸ ਟਾਈਮ ਇਹੇਗਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਆਪਣੇ ਕੱਪੜੇ ਚੁੱਕ ਕੇ ਦਿਖਾ, ਉਸ ਟਾਈਮ ਲੇਡੀ ਪੁਲਿਸ ਕੋਈ ਨਹੀਂ ਸੀ ਉੱਥੇ ਤੇ ਨਾ ਹੀ ਉਹਨਾਂ ਨੇ ਮੇਰੀ ਕੰਪਲੇਂਟ ਲਿਖੀ। ਤੇ ਜਦੋਂ ਮੈਨੂੰ ਇਹਨਾਂ ਨੇ ਕਿਹਾ ਵੀ ਕੱਪੜੇ ਚੁੱਕ ਕੇ ਦਿਖਾ, ਤੇ ਮੇਰੇ ਹਸਬੈਂਡ ਨੇ ਕਿਹਾ ਵੀ ਤੁਸੀਂ ਇਹ ਕਾਹਤੋਂ ਪੁੱਛਦੇ, ਕੋਈ ਲੇਡੀ ਪੁਲਿਸ ਤਾਂ ਹੈ ਨਹੀਂ ਕੋਲ। ਤੇ ਉਲਟਾ ਮੇਰੇ ਹਸਬੈਂਡ ਨੂੰ ਤੇ ਮੈਨੂੰ ਮੇਰੇ ਬੱਚੇ ਨੂੰ ਧਮਕੀਆਂ ਦੇਣ ਲੱਗ ਪਏ, ਕਹਿੰਦੇ 309 ਲਾ ਕੇ ਤੈਨੂੰ ਤਾਂ ਤੇਰੇ ਘਰ ਵਾਲੇ ਨੂੰ ਅੰਦਰ ਕਰ ਦੇਣਾ। ਅਧਿਕਾਰੀ ਦਾ ਨਾਮ ਕੀ ਦੱਸਿਆ ਤੁਸੀਂ? ਬਲਵਿੰਦਰ ਕੁਮਾਰ ASI, ਥਾਣਾ ਨੰਬਰ ਸੁਣੇ ਕਲੇਵ ਚੌਂਕੀ। ਸੂਰੇ ਇਨਕਲੇਵ ਚੌਂਕੀ। ਹਾਂਜੀ। ਤੇ
ਇਹ ਜਿਹੜੀ ਸਾਰੀ ਘਟਨਾ ਤੁਸੀਂ ਸੁਣੀ ਆ ਕਿ ਪ੍ਰਸ਼ਾਸਨ ਵੱਲੋਂ ਮਦਦ ਮੰਗਣ ਗਈ, ਕੰਪਲੇਂਟ ਜਿਹੜੀ ਆ ਲਿਖਵਾਉਣ ਗਈ ਆਪਣੇ ਆਪ ਨੂੰ ਬਚਾਉਣ ਦੇ ਲਈ, ਤੇ ਉਸ ਦੇ ਨਾਲ ਪ੍ਰਸ਼ਾਸਨ ਵੱਲੋਂ ਪੁਲਿਸ ਅਧਿਕਾਰੀ ਦੇ ਵੱਲੋਂ ਬਲਜਿੰਦਰ ਸਿੰਘ ਦੇ ਵੱਲੋਂ ਜਿਹੜਾ ਸਲੂਕ ਕੀਤਾ ਗਿਆ ਉਹ ਬਿਲਕੁਲ ਵੀ ਐਕਸਪੈਕਟੇਸ਼ਨ ਜਿਹੜੀ ਉਸ ਦੀ ਨਹੀਂ ਕੀਤੀ ਜਾ ਸਕਦੀ ਕਿ ਇੱਕ ਅਧਿਕਾਰੀ ਮਹਿਲਾ ਜਿਹੜੀ ਹੈ ਕਾਂਸਟੇਬਲ ਉੱਥੇ ਨਹੀਂ ਹੁੰਦੀ ਤੇ ਉਹ ਇਸ ਤਰ੍ਹਾਂ ਦਾ ਸਲੂਕ ਕਰਦਾ ਹੈ। ਤੇ ਹੋਰ ਵੀ ਮਾਮਲਾ ਬਾਕੀ ਅੱਗੇ ਦਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਇਲਾਵਾ ਤੁਹਾਡੇ ਨਾਲ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਤੁਹਾਡੇ ਨਾਲ ਜੋ ਕੁਝ ਵੀ ਹੁੰਦਾ ਆ ਉਹ ਕਿਸ ਤਰ੍ਹਾਂ ਤੁਸੀਂ ਇਹ ਸਾਰਾ ਕੁਝ ਹੁਣ ਤੱਕ ਝੇਲ ਰਹੇ ਹੋ, ਤੇ ਜਿਹੜੀ ਤੁਸੀਂ ਕੰਪਲੇਂਟ ਉਸ ਵੇਲੇ ਨਹੀਂ ਹੋਈ ਤਾਂ ਹੁਣ ਰੀਸੈਂਟਲੀ ਤੁਹਾਡੇ ਨਾਲ ਇੱਦਾਂ ਦਾ ਕੀ ਹੋਇਆ ਸੀਗਾ ਕਿ ਤੁਸੀਂ ਫਿਰ ਦੁਬਾਰਾ ਕੰਪਲੇਂਟ 9 ਮਹੀਨਿਆਂ ਤੋਂ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਉਹਦੇ ਬਾਰੇ ਥੋੜ੍ਹਾ ਜਿਹਾ ਵਿਸਤਾਰ ਨਾਲ ਥੋੜ੍ਹਾ ਦੱਸੋ। ਜੀ ਦੇਖੋ, ਮੇਰੇ ਨਾਲ ਜੋ 31/8 ਨੂੰ ਹੋਇਆ ਆ ਸਾਰਾ ਕੁਝ ਜੋ ਵੀ ਹੋਇਆ ਮੇਰੇ ਨਾਲ 9/2 ਨੂੰ ਵੀ ਹੋਇਆ। ਮੇਰੇ 'ਤੇ ਜੋ ਜਿਹੜਾ ਹਮਲਾ ਕਰਨਾ ਸੀ ਉਹ ਮੇਰੇ ਹਸਬੈਂਡ ਨੇ ਮੈਨੂੰ ਬਚਾਇਆ, ਤੇ ਉਹ ਹਮਲਾ ਮੇਰੇ ਹਸਬੈਂਡ ਤੇ ਮੇਰੇ ਸਹੁਰੇ ਪਰਿਵਾਰ ਨੇ ਕਰ ਦਿੱਤਾ, ਜਿਹਦੇ ਵਿੱਚ ਉਹਨਾਂ ਦੇ ਦਾਟ ਕਿਰਪਾਨਾਂ ਨਾਲ ਸਿਰ ਖੋਲ ਦਿੱਤਾ ਤੇ ਬੇਹੋਸ਼ੀ ਹਾਲਤ ਤੋਂ ਡਿੱਗ ਗਏ ਨੀਚੇ। ਤੇ ਮੇਰੀ ਸੱਸ ਨੇ ਤੇ ਮੇਰੇ ਦਿਓ ਨੇ ਤੇ ਇਹਨਾਂ ਅਣਪਛਾਤੇ ਮੁੰਡਿਆਂ ਨੇ ਬਾਹਰੋਂ ਲੋਕ ਲਾ ਕੇ ਚਲੇ ਗਏ, ਤੇ ਬਾਅਦ 'ਚ ਪੁਲਿਸ ਵਾਲਿਆਂ ਨੇ ਸਾਨੂੰ ਅੱਧੇ ਪੌਣੇ ਘੰਟੇ ਬਾਅਦ ਕੱਢਿਆ ਉਸ ਤੇ ਕਮਰੇ ਦੇ ਵਿੱਚੋਂ। ਫਿਰ ਸਾਨੂੰ ਹਸਪੀਟਲ ਜਾ ਕੇ ਅਸੀਂ ਇਹਨਾਂ ਦਾ ਇਲਾਜ ਕਰਾਇਆ, ਤੇ ਉੱਥੇ ਵੀ ਪੁਲਿਸ ਵਾਲਿਆਂ ਨੇ ਇਹਨਾਂ ਨੇ ਜਿਹੜਾ ਹਸਪਤਾਲ ਵਾਲੇ ਨੇ ਕੋਈ ਇਲਾਜ ਚੰਗੀ ਤਰ੍ਹਾਂ ਨਹੀਂ ਕੀਤਾ, ਕਹਿਣ ਲੱਗ ਪਏ ਵੀ ਇੱਥੇ ਕਰੋਨਾ ਦੇ ਪੇਸ਼ੈਂਟ ਹੈ। ਠੀਕ ਹੈ। ਹਾਂਜੀ। ਅੱਛਾ, ਤੁਸੀਂ ਇੱਕ ਗੱਲ ਮੈਨੂੰ ਨਹੀਂ ਥੋੜੀ ਜਿਹੀ ਮੈਨੂੰ ਕਲੀਅਰ ਕਰੋ। ਮੈਨੂੰ ਸਮਝ ਨਹੀਂ ਆਈ ਕਿ ਤੁਹਾਡਾ ਸਹੁਰਾ ਪਰਿਵਾਰ ਤੁਹਾਡੇ ਨਾਲ ਅਤਿਆਚਾਰ ਕਰਦਾ, ਠੀਕ ਹੈ, ਲੇਕਿਨ ਬੇਟਾ ਤਾਂ ਉਹਨਾਂ ਦਾ ਸਕਾ ਹੈ, ਉਹਨਾਂ ਦੀ ਆਪਣੀ ਮਾਂ ਹੈ, ਤੇ ਉਹਨਾਂ ਦੀ ਮਾਂ ਦੇ ਵੱਲੋਂ ਤੁਹਾਡੇ ਪਤੀ ਦੇ ਉੱਤੇ ਵੀ ਜਿਹੜਾ ਉਹ ਅਟੈਕ ਕਰਵਾਇਆ ਗਿਆ ਤੁਹਾਨੂੰ ਸਪੋਰਟ ਕਰਨ ਦੇ ਵਿੱਚ, ਉਹ ਨਹੀਂ ਥੋੜੀ ਜਿਹੀ ਮੈਨੂੰ ਗੱਲ ਸਮਝ ਆਈ। ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਮਾਮਲਾ ਇਹ ਕੀ ਹੈਗਾ। ਤੁਹਾਡੀ ਮਦਰ ਆ ਉਹ ਤਾਂ ਰੀਅਲ ਨਹੀਂ ਨਾ? ਮੇਰੀ ਮਦਰ ਰੀਅਲ ਆ। ਨਾਮ ਕੀ ਉਹਨਾਂ ਦਾ? ਮੇਰੀ ਮਦਰ ਦਾ ਨਾਮ ਬਖਸ਼ੀਸ਼ ਕੌਰ ਆ। ਅੱਛਾ। ਤੇ ਜਿਹੜਾ ਮੇਰਾ ਬ੍ਰਦਰ ਆ ਉਹ ਸਟੈਪ ਬ੍ਰਦਰ ਆ। ਉਹ ਜਿੱਦਾਂ ਮੇਰੇ ਫਾਦਰ ਸਾਹਿਬ 98 'ਚ ਪੂਰੇ ਹੋ ਗਏ ਸੀਗੇ, ਤੇ ਮੇਰੀ ਮਦਰ ਨੇ ਦੁਬਾਰਾ ਵਿਆਹ ਕਰਾਇਆ ਸੀ। ਉਹ ਜਿਹੜਾ ਦੂਸਰਾ ਵਿਆਹ ਕਰਾਇਆ ਸੀ ਉਹ ਹੈਗੇ ਆ ਸਮਰਾ ਜੱਟ ਜ਼ਿਮੀਂਦਾਰਾਂ ਦੇ ਬੱਚੇ। ਉਹ ਇਸ ਕਰਕੇ ਜੋ ਵਿੱਚ ਗਿਆ ਵਾ ਜਾਂਦਾ ਉਹ ਜੱਟ ਆ, ਅਸੀਂ ਐਸਸੀ ਆ, ਇਸ ਕਰਕੇ ਉਹ ਬੜਾ ਟਾਰਗੇਟ ਕਰਦੇ ਹੋ ਸਾਨੂੰ। ਫਿਰ ਦੂਸਰੀ ਗੱਲ ਇਹਨਾਂ ਨੇ ਹਾਲੇ ਅਧੂਰੀ ਗੱਲ ਦੱਸੀ, ਜਦੋਂ ਇਹਨਾਂ ਨੇ ਹਮਲਾ ਕੀਤਾ ਨਾ, ਤੁਸੀਂ ਪੁੱਛਿਆ ਕਿ ਇਹ ਆਪਣੇ ਮੁੰਡੇ ਤੇ ਕਿਉਂ ਕਰਾਇਆ। ਮੇਰੇ ਤੇ ਨਹੀਂ ਹਮਲਾ ਕਰਾਇਆ, ਹਮਲਾ ਇਹਦੇ ਤੇ ਕੀਤਾ ਸੀਗਾ। ਉਹ ਤਾਂ ਮੈਂ ਇਹਨੂੰ ਬਚਾਉਣ ਕਰਕੇ ਅੱਗੇ ਹੋਇਆ, ਤਾਂ ਕਰਕੇ ਉਹ ਜਿੰਨੀਆਂ ਕਿਰਪਾਨਾਂ ਸੱਟਾਂ ਸੀ ਉਹ ਸਾਰੇ ਮੈਂ ਆਪਣੇ ਤੇ ਚੱਲਦਾ ਰਿਹਾ। ਠੀਕ ਹੈ। ਇਸ ਕਰਕੇ ਇਹਦਾ ਮੈਂ ਬਚਾਅ ਕੀਤਾ। ਉਸ ਤੋਂ ਬਾਅਦ ਅਸੀਂ ਫਿਰ ਇਹ ਮੈਨੂੰ ਹਸਪੀਟਲ ਲੈ ਕੇ, ਡਾਕਟਰਾਂ ਨੇ ਮੈਨੂੰ ਐਡਮਿਟ ਨਹੀਂ ਕੀਤਾ, ਕਹਿੰਦਾ ਕਰੋਨਾ ਹੈ, ਤੇ ਇਹ ਵਿਚਾਰੀ ਨੇ ਮੈਨੂੰ ਪ੍ਰਾਈਵੇਟ ਹਸਪੀਟਲ ਦਾਖਲ ਕਰਵਾਇਆ। ਰਿਪੋਰਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਆ ਡਾਕਟਰ MBBS ਨੇ ਕਿ ਡੇਂਜਰ ਟੂ ਲਾਈਫ, ਕਿ ਤੂੰ ਮਰ ਸਕਦਾ ਹੈਗਾ। ਪਰ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ, 23-24 ਬਣਾ ਕੇ ਤਾਂ ਕ੍ਰੋਸ ਕਰਤਾ, ਹੋਰ ਕੋਈ ਕਾਰਨ। ਉਸ ਤੋਂ ਬਾਅਦ ਫਿਰ ਅਸੀਂ 2 ਮਹੀਨੇ ਬਾਅਦ ਜਦੋਂ ਮੈਂ ਸੈੱਟ ਹੁੰਦਾ, ਇਹ ਮੈਨੂੰ ਆਪਣੇ ਸਹੁਰਿਆਂ ਘਰ ਜਾਂਦੀ ਸਮਾਨ ਲੈਣ ਲਈ, ਕਿ ਜੋ ਵੀ ਇਹਨੇ ਆਪਣੀ ਹੱਕ ਨਾਲ ਸਮਾਨ ਬਣਾਇਆ ਸੀ ਆਪਣੀ ਮਿਹਨਤ ਨਾਲ, ਉਹ ਸਾਰਾ ਉੱਥੇ ਉਹ ਦੱਬ ਕੇ ਬੈਠੇ ਆ। ਅਸੀਂ ਜਦੋਂ ਲੈਣ ਜਾਂਦੇ ਆ, ਅੱਗੇ ਉਹ ਕੀ ਕਰਦੇ ਆ, ਅੱਗੇ ਜੀ ਸਮਾਨ ਦੇਣ ਦੀ ਬਜਾਏ ਇਹਨੂੰ ਗਾਲੀ ਗਲੋਚ, ਇਹਨੂੰ ਫੇਰ ਦਲਿਤ ਦੇ ਜੋ ਸ਼ਬਦ ਹੁੰਦੇ ਉਹ ਕਹਿਣਾ ਸ਼ੁਰੂ ਕਰ ਦਿੰਦੀ ਆ, ਤੇ ਹੋਰ ਕਈ ਗੱਲਾਂ ਕਰਦੇ ਸਾਰ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ। ਤੇ ਜਦੋਂ ਇੱਟਾਂ ਮਾਰਦੇ, ਪਹਿਲੀ ਇੱਟ ਮੇਰਾ ਭਰਾ ਸਤੇਲਾ ਜਿਹੜਾ ਭਰਾ ਉਹ ਮਾਰਦਾ, ਇਹਦੀ ਸਿਰ ਤੇ ਬੈਕ ਸਾਈਡ ਤੇ ਲੱਗਦੀ ਆ, ਤੇ ਇਹ ਉੱਥੇ ਬੇਹੋਸ਼ ਹੋ ਕੇ ਡਿੱਗ ਜਾਂਦੀ ਆ। ਫਿਰ ਮੈਂ ਇਹਨੂੰ ਐਡਮਿਟ ਕਰਾਂਦਾ, 7 ਦਿਨ ਉੱਥੇ ਐਡਮਿਟ ਰਹਿੰਦੀ ਹੈ। ਪਰ CP ਸਾਹਿਬ ACP ਸਾਹਿਬ ਨੂੰ ਅਸੀਂ ਦੱਸਿਆ ਕਿ ਸਾਡੇ ਇੱਟਾਂ ਮਾਰੀਆਂ ਫਿਰ, ਪਰ ਉਹਨਾਂ ਨੇ 7 ਦਿਨ ਉੱਥੇ ਸਿਵਲ ਹਸਪੀਟਲ ਕੋਈ ਬੰਦਾ ਨਹੀਂ ਪੁਲਿਸ ਵਾਲਾ ਭੇਜਿਆ ਕਿ ਇਹਦੇ ਬਿਆਨ ਲੈ ਲਵੇ। ਫਿਰ ਮੈਂ ਕਿਤੋਂ ਕਹਾ ਆ ਕੇ ਉਹਨਾਂ ਨੂੰ ਕਿਹਾ ਕਿ ਵਿਚਾਰੀ ਦੇ ਬਿਆਨ ਲਓ, ਵਿਚਾਰੀ ਤੜਫਦੀ ਪਈ ਆ। ਫਿਰ ਜਾ ਕੇ ਕਿਤੇ ਉਹਨਾਂ ਨੇ ਬਿਆਨ ਲੈਣ ਭੇਜਿਆ, ਤੇ ਸਾਡੇ ਬਿਆਨ ਕਲਮਬੰਦ ਹੋਏ। ਤੇ ਜਿਹੜੇ ਤੁਸੀਂ ACP ਖੇਤਰ ਦੀ ਤੁਸੀਂ ਗੱਲ ਕੀਤੀ, ਹਾਂਜੀ। ਤੇ CP ਸਰ ਦੀ ਗੱਲ ਕੀਤੀ ਹੈ, ਤੇ CP ਸਰ ਦੇ ਕੋਲ ਜਦੋਂ ਤੁਸੀਂ ਗਏ ਹੋ, ਉਹਨਾਂ ਨੇ ਮਾਰਕ ਤੁਹਾਡੀ ਆ ਜਿਹੜੀ ਤੁਸੀਂ ਕੰਪਲੇਂਟ ਲਿਖਾਈ ਸੀ ਉਹ ਕਿਹਨਾਂ ਨੂੰ ਕੀਤੀ ਸੀ? ਉਹ ਇਹ ਆਪਣੇ ACP ਸੈਂਟਰ ਛੇਤਰਾ ਸਰ। ਛੇਤਰਾ ਜੀ। ਹਾਂਜੀ। ਤੇ ਛੇਤਰਾ ਜੀ ਨੇ ਤੁਹਾਡੀ ਕੰਪਲੇਂਟ ਦੇ ਉੱਤੇ ਕੋਈ ਕਾਰਵਾਈ ਕੁਝ ਕੀਤੀ, ਜਾਂ ਤੁਹਾਨੂੰ ਕੁਝ ਅੱਗੇ ਦਾ ਕਾਰਵਾਈ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਕੀ ਉਹ ਕਰਨ ਵਾਲੇ ਹੈਗੇ ਅੱਗੇ? ਜੀ ਮੇਰੀ ਫੋਨਾਂ ਤੇ ਵੀ ਗੱਲ ਹੁੰਦੀ ਰਹੀ, ਮੈਨੂੰ ਉਹੀ ਕਹਿੰਦੇ ਕਿ ਇਹਨਾਂ ਤੇ ਪਰਚਾ ਬਣਦਾ ਆ। ਮੈਂ ਪਰਚਾ ਕੱਟਤਾ ਆ, ਤੁਸੀਂ ਹੋਰ ਦੱਸੋ ਕੀ ਚਾਹੁੰਦੇ ਆ। ਮੈਂ ਕਿਹਾ ਜੀ ਮੇਰੇ ਤਾਂ ਕਾਗਜ਼ਾਂ ਦੇ ਹਿਸਾਬ ਨਾਲ ਜਿੰਨੀ ਕਾਰਵਾਈ ਬਣਦੀ ਆ, ਜੋ ਤੁਹਾਨੂੰ ਪ੍ਰੂਫ ਦਿੱਤੇ ਹੋਏ ਉਹਦੇ ਹਿਸਾਬ ਤੇ ਜੋ ਬਣਦੀ ਕਾਰਵਾਈ ਕਰ ਦਿਓ। ਪਰ ਸਾਨੂੰ ਹੁਣ ਪਤਾ ਲੱਗਦਾ ਹੈ ਕਿ ਉਹਨਾਂ ਨੇ ਕਾਰਵਾਈ ਕੀ ਕੀਤੀ, ਸਾਰੀ ਫਾਈਲ ਨੂੰ ਕਲੋਜ਼ ਕਰਕੇ 750 ਬਣਾ ਕੇ ਗਾਂਹ ਤੋਰਤੀ ਹੈ। ਤੇ ਇੱਕ ਚੀਜ਼ ਹੋਰ ਜਾਣਨਾ ਚਾਹਾਂਗੀ, ਤੁਹਾਡੇ ਮਦਰ ਆ ਜਿਹੜੇ ਤੁਸੀਂ ਇੱਕ ਪਾਸੇ ਉਹ ਤੁਸੀਂ ਕਹਿੰਦੇ ਪਏ ਹੋ ਕਿ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ, 7 ਸਾਲਾਂ ਤੋਂ ਆ ਚੱਲਦਾ ਸਾਰਾ ਕੁਝ ਆ ਰਿਹਾ। ਫਿਰ ਤੁਸੀਂ ਕਿਰਾਏ ਦੇ ਮਕਾਨ ਦੇ ਉੱਤੇ ਚਲੇ ਗਏ, ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਸਮਾਨ ਚੱਕਣ ਜਾਂਦੇ ਆ ਤਾਂ ਉਹ ਫਿਰ ਹਮਲਾ ਹੁੰਦਾ, ਤਾਂ ਫਿਰ ਇੱਦਾਂ ਹੁੰਦਾ। ਤੇ ਕਿਤੇ ਨਾ ਕਿਤੇ ਤੁਸੀਂ ਆਪਣੀ ਮਦਰ ਦੀ ਸਪੋਰਟ ਕਰ ਰਹੇ ਹੋ, ਜਾਂ ਮਦਰ ਨੂੰ ਤੁਸੀਂ ਥੋੜਾ ਚਾਹੁੰਦੇ ਹੋ ਕਿ ਉਹ ਤੁਹਾਡੀ ਵਾਈਫ ਨਾਲ ਗਲਤ ਕਰ ਰਹੇ ਨੇ? ਇਸ ਬਾਰੇ ਥੋੜਾ ਕਲੀਅਰ ਕਰੋ। ਦੇਖੋ ਜੀ, ਮੈਂ 6 ਸਾਲ ਸੱਚੀ ਦੱਸਾਂ ਫਰੈਂਕਲੀ ਇਹਦਾ ਮੈਂ ਸਾਥ ਨਹੀਂ ਦਿੱਤਾ। ਮੈਂ ਆਪਣੀ ਮਦਰ ਦਾ ਸਾਥ ਦਿੱਤਾ, ਕਿਉਂਕਿ ਉਹਨੇ ਮੈਨੂੰ ਕੁੱਖੋਂ ਜਨਮ ਦਿੱਤਾ ਹੈਗਾ, ਤੇ ਮੈਂ ਉਹਦਾ ਕਰਜ਼ ਨਹੀਂ ਉਤਾਰ ਸਕਦਾ। ਭਾਵੇਂ ਸਾਡੇ ਨਾਲ ਹੁਣ ਵੀ ਕੀਤੇ, ਪਰ ਫਿਰ ਵੀ ਦੁੱਖ ਤਾਂ ਲੱਗਦਾ ਦਿਲ ਨੂੰ। ਫਿਰ ਵੀ ਜਦੋਂ ਉਹਨਾਂ ਨੇ ਆ ਪਿਛਲੇ ਸਾਲ 25/8 ਨੂੰ ਜਦੋਂ ਅੱਗ ਹੀ ਲਾਤੀ, ਉਸ ਤੋਂ ਬਾਅਦ ਮੇਰੇ ਹੱਥ ਖੜੇ ਹੋ ਗਏ। ਮੈਂ ਕਿਹਾ ਯਾਰ ਬੇਕਸੂਰ ਵਿਚਾਰੀ ਹੈਗੀ ਆ, ਉਹਨੂੰ ਤੁਸੀਂ ਮਾਰਨਾ ਆ।
ਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦੇ ਬਰਖਲਾਫ ਹੋਇਆ। ਮੈਂ ਕਿਹਾ ਹੁਣ ਨਹੀਂ ਤੁਸੀਂ ਇਹਨੂੰ ਕੁਝ ਕਹਿ ਸਕਦੇ, ਅੱਗੇ ਮੈਂ ਵੀ ਇਹਨੂੰ ਸਗੋਂ ਪੁੱਛੋਗੇ, ਘਰ 'ਚ ਇਹਨੂੰ ਕੁੱਟਦੇ ਹੁੰਦੇ ਸੀ, ਮਾਰਦੇ ਹੁੰਦੇ, ਸਗੋਂ ਮੈਂ ਇਹਨੂੰ ਚੁੱਪ ਕਰਕੇ ਬਿਠਾਉਣਾ, ਚੁੱਪ ਕਰ, ਤੇਰੀ ਮਾਂ ਕੁੱਟ ਲੈਂਦੀ, ਮੇਰੀ ਕੁੱਟ ਲੈਂਦੀ, ਇੱਕੋ ਜੀ ਗੱਲ ਆ, ਤੂੰ ਨਾ ਕੋਈ ਗੱਲ ਕਰ। ਤੇ ਮੇਰੇ ਕਰਕੇ ਵਿਚਾਰੀ ਚੁੱਪ ਕਰਕੇ ਸਹਿੰਦੀ ਰਹੀ। ਪਰ ਇੱਥੇ ਤੱਕ ਪਹੁੰਚ ਜਾਣਗੇ, ਇੰਨੀ ਨੌਬਤ ਆ ਜੂ ਕਿ ਅੱਗ ਲਾਊਗੇ, ਕੱਪੜੇ ਪੜਵਾਓਗੇ, ਇੱਟਾਂ ਮਾਰੂਗੇ ਔਰ ਆਪਣੇ ਮੁੰਡੇ ਦੇ ਸਿਰ ਪਾੜੂਗੇ। ਇਹ ਨਹੀਂ ਮੈਂ ਸੋਚਿਆ ਸੀਗਾ। ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਤੋਂ ਹਾਰ ਕੇ ਤੁਸੀਂ ਕਾਨਫਰੰਸ ਹੈ ਜਿਹੜੀ ਉਹ ਅੱਜ ਕਰਨ ਆਏ ਹੋ, ਜੀ ਬਿਲਕੁਲ। ਤੇ ਤੁਹਾਨੂੰ ਕੀ ਲੱਗਦਾ ਕਿ ਉਹ ਕਿਉਂ ਨਹੀਂ ਕਾਰਵਾਈ ਕਰਦੇ ਪਏ? ਇਦਾਂ ਦੀ ਕਿਹੜੀ ਗੱਲ ਹੈ? ਤੁਹਾਡੇ ਮਦਰ ਵੱਲੋਂ ਕੁਝ ਪ੍ਰੈਸ਼ਰ ਹੈ ਜਾਂ ਕੋਈ ਪੋਲੀਟੀਕਲ ਜਿਹੜਾ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਉਹਨਾਂ ਦਾ ਕੋਈ ਪੋਲੀਟੀਕਲ ਕੋਈ ਉਹਨਾਂ ਦੇ ਉੱਤੇ ਦਬਾਅ ਹੈਗਾ? ਉਹ ਕੀ ਲੱਗਦਾ ਤੁਹਾਨੂੰ? ਦੇਖੋ ਜੀ, ਜਦੋਂ ਅਸੀਂ ਸੂਰਜ ਕਲਮ ਥਾਣੇ 'ਚ ਸੀਗੇ ਨਾ, ASI ਨੇ ਮੇਰੇ ਸਾਹਮਣੇ, ਸਾਡੇ ਸਾਹਮਣੇ ਮੇਰੀ ਮੰਮੀ ਨੂੰ ਫੋਨ ਕੀਤਾ। ਅੱਗੇ ਉਹ ਪਤਾ ਕੀ ਕਹਿੰਦੀ, ਗੋਲੀ ਮਾਰ ਦਿਓ, ਉਹਦੀ ਆਵਾਜ਼ ਬਾਹਰ ਤੱਕ ਆਉਂਦੀ ਸੀ। ਤੇ ਉਹ ਪਹਿਲੇ ਸਾਨੂੰ ਪਤਾ ਲੱਗਿਆ ਜੀ ਮਿਲੀ ਭਗਤੀ ਹੈਗੀ, ਪੈਸੇ ਚੜ ਗਏ ਇਹਨਾਂ ਨੂੰ, ਇਸ ਕਰਕੇ ਇਹਨੇ ਸੁਣਵਾਈ ਨਹੀਂ ਕੀਤੀ। ਤਾਂ ਹੀ ਉਹਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਔਰ ਸਾਨੂੰ ਉੱਥੋਂ ਬੇਇੱਜ਼ਤ ਕਰਕੇ ਕੱਢਿਆ ਸੂਰਿਆ ਐਨਕਲੇਵ 'ਚੋਂ। ਫਿਰ ਅਸੀਂ SHO ਸਾਹਿਬ ਸੁਲੱਖਣ ਸਿੰਘ ਨੂੰ ਵੀ ਕਿਹਾ, ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਮੇਨ ਤਾਂ ਉਹੀ ਆ, ਉਹਨਾਂ ਨੇ ਉਹ ਹੀ ਨਹੀਂ ਸੁਣੋਗੇ ਤਾਂ ਉਹ ਕਿੱਥੇ ਸੁਣਨਗੇ। ਉਸ ਤੋਂ ਬਾਅਦ ਵਿੱਚ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਇਹ ਦਬਾਅ ਇਹਦੇ ਵਿੱਚ ਪਤਾ ਕੀ ਹੈ ਜੀ, ਜਿਹੜੇ ਵਿੱਚ ਮੁੰਡੇ ਆ ਨਾ, ਉਹਨਾਂ ਦਾ ਸਿਆਸੀ ਦਬਾਅ ਆ ਥੋੜਾ ਜਿਹਾ, ਜਿੱਦਾਂ ਕਿ ਇੱਧਰ ਉੱਧਰ ਮੁੰਡੇ ਜਦੋਂ ਇਕੱਠੇ ਹੋ ਜਾਂਦੇ ਆ, ਕੋਈ ਨੇਤਾ ਸੱਦ ਲੈਂਦਾ, ਆਹ ਸੱਦ ਲੈਂਦਾ, ਬਸ ਇੱਦਾਂ ਉਹਨਾਂ ਯੂਜ਼ ਕਰ ਰਹੇ ਆ ਤੇ ਪੈਸੇ ਚੜਾ ਰਹੇ ਆ ਅੱਗੇ। ਮੁੰਡਿਆਂ ਦੇ ਬਾਰੇ ਦੱਸੋ, ਤੁਹਾਡੇ ਮੁੰਡੇ ਕੌਣ ਹੈਗੇ? ਨਾਮ ਮੁੰਡਾ ਕੀ ਇੱਕ ਹੋਣਾ? ਹੈਗਾ ਗੁਰਪ੍ਰੀਤ ਗੋਪੀ, ਜੋ ਕਿ ਸੰਤੋਖਪੁਰੇ ਰਹਿੰਦਾ ਆ, ਤੇ ਹੈ ਤਾਂ ਮੇਰੇ ਉਹਨਾਂ ਦਾ ਭੂਆ ਦਾ ਮੁੰਡਾ ਆ, ਪਰ ਉਹਨੇ ਨਾਲ ਜਿੰਨੇ ਵੀ ਮੁੰਡੇ ਸੀ ਸਾਰੇ ਉਹ ਲੈ ਕੇ ਆਂਦਾ ਆ। ਤੇ ਸਾਨੂੰ ਫੋਨਾਂ ਤੇ ਧਮਕੀਆਂ ਵੀ ਦਿੰਦੇ ਆ, ਇੱਥੇ ਤੱਕ ਕਿ ਕੱਲ ਵੀ ਇੱਕ ਬੰਦੇ ਨੇ ਫੋਨ ਕੀਤਾ ਕਿ ਆਹ ਬੰਦੇ ਦਾ ਨਾਂ ਘਟਾ ਦਿਓ ਯਾਰ, ਇਹਦਾ ਵਿੱਚ ਕੀ। ਅਸੀਂ ਵੇਖਿਆ, ਮੈਂ ਤੂੰ ਕੌਣ ਹੁੰਦਾ ਨਾਂ ਕਢਾਉਣ ਵਾਲਾ? ਵੀ ਜੋ ਉੱਤੇ ਅਤਿਆਚਾਰ ਹੋਇਆ ਉਹ ਦੇਖੇ ਨਾ ਦੇਖੇ, ਤੁਸੀਂ ਕੌਣ ਹੁੰਦੇ ਆ? ਉਹ ਕਹਿੰਦੇ ਵੀ ਅਸੀਂ ਇਹਨਾਂ ਨਾਲ ਆ, ਜਾਣੀ ਕਿ ਸਾਨੂੰ ਧਮਕੀਆਂ ਦੇਂਦੇ ਆ। ਤਾਂ ਵੀ ਅਸੀਂ ਚੋਈ ਨਹੀਂ। ਫਿਰ ਕੱਲ ਦੀ ਧਮਕੀ ਤੋਂ ਬਾਅਦ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ। ਤੇ ਹੁਣ ਇਹ ਸਾਰਾ ਮਾਮਲਾ ਆ ਗਿਆ ਪੋਲੀਟੀਕਲ ਮੋੜ, ਜਿਹੜਾ ਇਸ ਮਾਮਲੇ ਨੂੰ ਪੂਰਾ ਲੈ ਪੋਲੀਟੀਕਲ ਮੋੜ ਸਾਨੂੰ ਬੰਦੇ ਪਤਾ ਵੀ ਹੈ ਜੀ, ਵਿੱਚ ਹੈ ਕਿਹੜੇ ਆ, ਪਰ ਅਸੀਂ ਹਾਲੇ ਕਿਉਂਕਿ ਇੱਕ ਨੇਤਾ ਲੋਕ ਆ, ਅਸੀਂ ਬਹੁਤ ਆਮ ਜਿਹੇ ਬੰਦੇ ਆ ਜੀ, ਇੱਕ ਮਜ਼ਦੂਰੀ ਮਕਾਨ ਵਾਲੇ। ਅਸੀਂ ਨਹੀਂ ਚਾਹੁੰਦੇ ਕਿ ਸਾਡੀ ਕੋਈ ਦੁਸ਼ਮਣੀ ਵਧੇ। ਨੇਤਾ ਬੰਦੇ ਆ, ਸਾਨੂੰ ਪਤਾ ਕਿਹੜੇ ਆ। ਅਸੀਂ ਤਾਂ ਇਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਾਂਗੇ, ਇਨਸਾਫ ਸੱਚ ਦਾ ਸਾਥ ਦਿਓ ਜੇ ਤੁਸੀਂ ਦੇਣਾ ਹੀ ਆ। ਅਗਰ ਕੱਲ ਤੋਂ ਬਾਅਦ ਅਗਰ ਸਾਥ ਉਹਨਾਂ ਦਿੱਤਾ ਤੇ ਫਿਰ ਅਸੀਂ ਤੁਹਾਡਾ ਅਗਲੀ ਵਾਰ ਪ੍ਰੈਸ ਕਾਨਫਰੰਸ ਕਰਕੇ ਤੁਹਾਡਾ ਨਾਮ ਵੀ ਉਜਾਗਰ ਕਰਾਂਗੇ। ਦੇਖੋ, ਆ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਤੁਹਾਨੂੰ ਪਤਾ ਹੈ ਕਿ ਮਾਮਲਾ ਵਿੱਚ ਕੀ ਹੈਗਾ ਔਰ ਕਿਹੜੇ ਜਿਹੜੇ ਨੇਤਾ ਵਿੱਚ ਮਿਲੇ ਹੋਏ ਨੇ, ਜੇ ਉਹਨਾਂ ਨੇ ਉੱਥੇ ਉਹਨਾਂ ਦਾ ਸਾਥ ਦੇ ਦਿੱਤਾ ਤਾਂ ਫਿਰ ਤੁਹਾਨੂੰ ਬੋਲਣਾ ਚਾਹੀਦਾ ਹੈ ਕਿ ਕਿਹੜੇ ਨੇਤਾ ਨੇ ਇਹਦੇ ਵਿੱਚ, ਕਿਉਂਕਿ ਨੇਤਾ ਜਿਹੜੇ ਹੁੰਦੇ ਆ ਉਹ ਸਾਡੇ ਲਈ ਕਿਤੇ ਨਾ ਕਿਤੇ ਸਪੋਰਟਿਵ ਇੱਕ ਤੱਤਵ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸਮਾਜ ਸੇਵੀ। ਉਹ ਕਹਿੰਦੇ ਆ ਕਿ ਅਸੀਂ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਤੇ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ। ਜਿਹੜੇ ਨੇਤਾ ਨੇ ਉਹ ਲੋਕਾਂ ਤੋਂ ਐਸੇ ਆਸਵਾਸ਼ਨ ਦੇ ਰਾਹੀਂ ਵੋਟ ਲੈ ਕੇ ਉਹਨਾਂ ਦਾ ਸਪੋਰਟ ਲੈ ਕੇ ਖੜੇ ਹੁੰਦੇ ਨੇ, ਤੇ ਉੱਥੇ ਹੀ ਨੇਤਾ ਦੇ ਬਾਰੇ ਅਸੀਂ ਜੋ ਸੁਣ ਰਹੇ ਹਾਂ ਉਹ ਤੁਸੀਂ ਦੇਖਿਆ ਵੀ ਤੇ ਸੁਣਿਆ ਵੀ। ਫਿਰ ਵੀ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਜ਼ਰੂਰ ਦੱਸੋ ਕਿ ਕਿਹੜੇ ਨੇਤਾ ਨੇ ਉਹ, ਤਾਂ ਕਿ ਅਸੀਂ ਜਿਹੜਾ ਉਹਨਾਂ ਨੂੰ ਉਜਾਗਰ ਕਰ ਸਕੀਏ ਕਿ ਕਿਹੜੇ ਨੇਤਾ ਨੇ। ਅਗਰ ਤੁਸੀਂ ਦੱਸੋਗੇ ਉਹਦੇ ਬਾਰੇ ਤਾਂ ਥੋੜਾ ਜ਼ਿਆਦਾ ਵਧੀਆ ਰਹੇਗਾ, ਕਿਉਂਕਿ ਤੁਸੀਂ ਮੀਡੀਆ ਦੇ ਕੋਲ ਜਦੋਂ ਆਏ ਹੋ ਤਾਂ ਤੁਹਾਨੂੰ ਕੁਝ ਲੁਕਾਉਣ ਦੀ ਮੇਰੇ ਹਿਸਾਬ ਨਾਲ ਜ਼ਰੂਰਤ ਨਹੀਂ ਹੈ, ਕਿਉਂਕਿ ਮੀਡੀਆ ਇੱਕ ਇੱਦਾਂ ਦਾ ਜ਼ਰੀਆ ਹੈ ਕਿ ਜਿੱਥੋਂ ਦੀ ਤੁਹਾਨੂੰ ਅਗਰ ਕਿਤੋਂ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਤੁਸੀਂ ਉਸ ਇੱਕ ਰਾਹ, ਤੁਹਾਡਾ ਲਾਸਟ ਇੱਕ ਜਿਹੜਾ ਬੂਹਾ ਹੁੰਦਾ ਕਹਿੰਦੇ ਉਹ ਮੀਡੀਆ ਹੁੰਦਾ, ਜਿਹਨਾਂ ਦੇ ਰਾਹੀਂ ਆ ਲੋਕੀ ਜਿਹੜਾ ਇਨਸਾਫ ਦੀ ਗੁਹਾਰ ਲਗਾਉਂਦੇ ਹੈਗੇ ਆ। ਤੇ ਥੋੜਾ ਜਿਹਾ ਸਾਨੂੰ ਦੱਸੋ ਪਲੀਜ਼। ਦੇਖੋ ਜੀ, ਮੈਂ ਪ੍ਰੈਸ ਕਾਨਫਰੰਸ ਕਰਨੀ ਸੀ ਨਾ, ਮੈਂ ਕਈਆਂ ਨਾਲ ਗੱਲਬਾਤ ਕੀਤੀ। ਅੱਗੇ ਮੈਨੂੰ ਪਤਾ ਲੋਕੀ ਕੀ ਕਹਿੰਦੇ ਆ, ਕਹਿੰਦੇ ਜਦੋਂ ਪ੍ਰੈਸ ਕਾਨਫਰੰਸ ਕਰਤੀ ਹੈ ਨਾ ਅਫਸਰਾਂ ਦੇ ਖਿਲਾਫ, ਤਾਂ ਉਹਨਾਂ ਤੇ ਝੂਠੇ ਪਰਚੇ ਪਾ ਲੈਣੇ ਆ ਤੇ ਤੈਨੂੰ ਨਾ ਇਹ ਤੰਗ ਕਰਨਗੇ ਤੁਹਾਨੂੰ ਦੋਨਾਂ ਨੂੰ। ਫਿਰ ਵੀ ਅਸੀਂ ਨੀਡਰ ਹੋ ਕੇ ਅੱਜ ਪ੍ਰੈਸ ਕਾਨਫਰੰਸ ਇਸੇ ਕਰਕੇ ਕਰਨ ਆ ਰਹੇ ਕਿ ਅਸੀਂ ਕਮਜ਼ੋਰ ਨਹੀਂ ਹੈਗੇ। ਜੇ ਸਾਡੇ ਨਾਲ ਜਾਤੀ ਹੋਈ ਆ, ਮਤਲਬ ਕਿ ਸਦਾ ਤੁਸੀਂ ਸਾਨੂੰ ਢਾਂਦੇ ਰਹੋਗੇ, ਠੀਕ ਹੈ ਨਾ। ਤੇ ਰਹੀ ਗੱਲ ਨੇਤਾ ਦੀ, ਨੇਤਾ ਇਹਦੇ ਵਿੱਚ ਜੀ ਇੱਕ ਤਾਂ ਆਪਣੇ ਹੈਗੇ ਆ ਸ਼ਹਿਰ ਦੇ KD ਭੰਡਾਰੀ ਸਾਹਿਬ, ਉਹ ਜਿਹੜੇ ਮੁੰਡੇ ਆ ਉਹਨਾਂ ਕੋਲ ਜਾਂਦੇ ਆਉਂਦੇ, ਉਹਨਾਂ ਕੋਲ ਬੈਠਦੇ ਉੱਠਦੇ। ਦੂਜੇ ਆਪਣੇ ਹੈਗੇ ਆ ਸ਼੍ਰੀ ਚੰਦਨ ਗਰੇਵਾਲ ਜੀ, ਪੰਜਾਬ ਸਫਾਈ ਮਜ਼ਦੂਰ ਦੇ ਜਿਹੜੇ ਹੈਗੇ ਆ। ਉਹਨਾਂ ਨੇ ਉਹ ਮੈਨੂੰ ਪਤਾ ਲੱਗਾ ਸੀ ਕਿ ਥਾਣੇ ਵਿੱਚ ਮੇਰੀ ਮੰਮੀ ਤੇ ਉਹ ਮੁੰਡਿਆਂ ਦੇ ਨਾਲ ਉਹ ਜਾ ਕੇ ਆਏ। ਮੈਨੂੰ ਇੱਥੇ ਤੱਕ ਇੰਨਾ ਪਤਾ ਸੀ, ਬਾਕੀ ਗਾਂ ਦਾ ਨਹੀਂ ਉਹਨਾਂ ਬਾਰੇ ਮੈਨੂੰ ਪਤਾ। ਅਗਰ ਉਹ ਸਾਡੇ ਖਿਲਾਫ ਉਹਨਾਂ ਨਾਲ ਜਾਏ ਤਾਂ ਇਹਦਾ ਮਤਲਬ ਸਾਫ਼ ਆ ਕਿ ਉਹ ਨਾਲ ਸਾਡੇ ਨਾਲ ਨਹੀਂ, ਉਹਨਾਂ ਨਾਲ ਆ, ਉਹਨਾਂ ਦਾ ਸਾਥ ਦੇ ਰਹੇ ਆ ਉਹ। ਅੱਛਾ, ਹੁਣ ਤੁਸੀਂ ਕਿੰਨੇ ਦਿਨ ਪਹਿਲਾਂ ACP ਖੇਤਰਾਂ ਨੂੰ ਜਿਹੜੀ ਦੁਬਾਰਾ ਤੋਂ ਗੱਲ ਉਹਨਾਂ ਨਾਲ ਕਰਕੇ ਆਏ ਹੋ ਜਾਂ ਉਹਨਾਂ ਨਾਲ ਮਿਲ ਕੇ ਆਏ ਹੋ? ਦੇਖੋ ਜੀ, ਅਸੀਂ 4 ਮਹੀਨੇ ਵਿਚਾਰੀ ਧੱਕੇ ਖਾ ਕੇ 4-4 ਘੰਟੇ ਵੇਟ ਕਰਕੇ ਤਾਂ ਵੀ ਅਗਲੇ ਉਹ ਜਵਾਬ ਮਿਲਦਾ ਕਿ ਅਸੀਂ ਪੁਲਿਸ ਵਾਲੇ ਸਪਾਟੇ ਨਹੀਂ ਹੈਗੇ, ਅਸੀਂ ਅਫਸਰ ਰੈਂਕ ਦੇ ਬੰਦੇ ਆ ਤੇ ਤੁਸੀਂ ਵਿਹਲੇ ਆ ਜਾਂਦੇ ਮੂੰਹ ਚੱਕ ਕੇ। ਇਹ ਸੁਣਨ ਤੋਂ ਬਾਅਦ ਵਿਚਾਰੀ ਹਾਰ ਗਈ ਸੀ, ਪਰ ਫਿਰ ਵੀ ਅਸੀਂ ਕੀ ਕੀਤਾ, ਵੂਮਨ ਸੈੱਲ ਕੰਪਲੇਂਟ ਦਿੱਤੀ। ਉੱਥੇ ਦੀਆਂ 2 ਮੈਡਮ ਆਪਣੇ ਵਨ ਸਟਾਪ ਸੈਂਟਰ ਦੀ, ਇੱਕ ਮੈਡਮ ਰਮਨ ਆ, ਇੱਕ ਦਾ ਨਾਮ ਨਹੀਂ ਮੈਨੂੰ ਪਤਾ, ਉਹ ਵਿਚਾਰਿਆਂ ਨੇ ਇਹਨੂੰ ਨਾਲ ਲਿਆ ਤੇ ACP ਖੇਤਰ ਸਾਹਿਬ ਹੋ ਗਏ। ਉਹ ਕਹਿੰਦੇ ਤੁਸੀਂ ਇਹਨਾਂ ਦੀ ਕੀ ਕਾਰਵਾਈ ਕੀਤੀ ਹੈ ਜਦੋਂ ਕਿ ਤੁਹਾਨੂੰ ਦਿੱਤਾ, ਤੁਸੀਂ ਦੱਸੋ। ਉਹ ਕਹਿੰਦਾ ਜੀ ਮੈਂ ਤੁਹਾਨੂੰ ਰਿਟਨ 'ਚ ਜਵਾਬ ਦੇਵਾਂਗਾ। ਤੇ ਰਿਟਨ 'ਚ ਦੇਣ ਦੀ ਬਜਾਏ ਵੀ ਮੈਡਮ ਨੇ ਕਿਹਾ ਸਾਡੀ ਮੇਲ ID ਦਿਓ,
ਲਿਖੋ ਤੇ ਸਾਨੂੰ ਜਵਾਬ ਭੇਜੋ। ਉਸ ਤੋਂ ਅਸੀਂ ਆ ਗਏ। ਮੈਡਮ 3 ਹਫ਼ਤੇ ਕੀ 4 ਹਫ਼ਤੇ ਮੈਂ ਫੋਨ ਦੂਏ ਦਿਨ ਕਰਦਾ ਹੁੰਦਾ ਸੀਗਾ ਮੈਡਮ ਨੂੰ, ਉਹ ਅੱਗੇ ਕਹਿੰਦੇ ਜੀ ਉਹਨਾਂ ਨੇ ਕੋਈ ਜਵਾਬ ਨਹੀਂ ਭੇਜਿਆ ਸਾਨੂੰ, ਤੇ ਮੈਂ ਉਹਨੂੰ ਕਹਿੰਦਾ ਜੀ ਦੁਬਾਰਾ ਭੇਜਦੇ ਸੀ ਮੇਲ ਉਹਨੂੰ, ਫਿਰ ਵੀ ਜਵਾਬ ਨਹੀਂ ਕੋਈ ਉਹਨਾਂ ਨੇ ਆਇਆ। ਹਾਰ ਕੇ ਜਦੋਂ ਉਹਨਾਂ ਧਮਕੀਆਂ ਸਾਨੂੰ ਮਿਲੀਆਂ, ਜਦੋਂ ਮੇਰੀ ਮਾਤਾ ਜਾਂ ਮੇਰਾ ਭਰਾ ਲੰਘਦਾ ਨਾ ਇੱਦਾਂ ਹੱਥ ਕਰਕੇ ਕਹਿੰਦੇ ਹਾਲੇ ਤੁਹਾਨੂੰ ਦੇਖਣਾ ਆ, ਅਸੀਂ ਹਾਰ ਕੇ ਤਾਂ ਕਰਕੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਕੱਲ੍ਹ ਨੂੰ ਮੇਰੀ ਜਾਂ ਮੇਰੀ ਵਾਈਫ ਜਾਂ ਮੇਰੇ ਬੱਚਿਆਂ ਨੂੰ ਕੋਈ ਵੀ ਜਾਨੀ ਮਾਲ ਦਾ ਨੁਕਸਾਨ ਹੋਇਆ ਤਾਂ ਇਹ ਬੰਦੇ ਜ਼ਿੰਮੇਵਾਰ ਆ, ਮੇਰੀ ਮਾਂ, ਮੇਰਾ ਭਰਾ ਔਰ ਜਿਹੜੇ ਉਹ ਮੁੰਡੇ ਆ। ਦੂਜੀ ਗੱਲ ਇਹ ਆ ਕਿ ਅਗਰ ਅੱਜ ਤੋਂ ਬਾਅਦ ਅਗਰ ਪੁਲਿਸ ਪ੍ਰਸ਼ਾਸਨ ਨੇ ਸਾਡਾ ਧੱਕਾ ਕੀਤਾ ਤਾਂ ਸਾਫ਼ ਜ਼ਾਹਰ ਹੋਏਗਾ ਕਿ ਇਹ ਉਹਨਾਂ ਮਿਲੀ ਭਗਤੀ ਕਰਕੇ ਸਾਡੇ ਨਾਲ ਧੱਕਾ ਕਰ ਰਹੇ, ਕਿਉਂਕਿ ਧੱਕੇ ਕਰਨ ਵਾਲੀ ਇਹ 'ਚ ਗੱਲ ਕੋਈ ਹੈ ਨਹੀਂ। ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਅਗਰ ਸਾਫ਼ ਦੇਣਾ ਹੁੰਦਾ ਨਾ ਪਹਿਲੇ ਹੀ ਦੇ ਦੇਣਾ ਸੀਗਾ, ਉਹ ਸਾਫ਼ ਪਤਾ ਲੱਗਦਾ ਸਭ ਮਿਲੇ ਭਗਤੇ ਹੋਏ ਆ ਜੀ। ਤੁਹਾਡੇ ਤੋਂ ਨਾਮ ਜਾਨਣਾ ਚਾਹਾਂਗੇ ਇੱਕ ਵਾਰੀ ਫਿਰ। ਮੇਰਾ ਨਾਮ ਪ੍ਰਵੀਨ ਕਾਜਲ ਆ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਤੁਸੀਂ ਗੱਲ ਕਰਦੇ ਪਏ ਹੋ, ਜਿਨ੍ਹਾਂ ਅਧਿਕਾਰੀਆਂ ਤੁਸੀਂ ਗੱਲ ਕੀਤੀ ਹੈ, ਉਹਨਾਂ ਦਾ ਨਾਮ ਅਸੀਂ ਤੁਹਾਡੇ ਤੋਂ ਫਿਰ ਜਾਨਣਾ ਚਾਹਾਂਗੇ ਕਿ ਕਿਹੜੇ ਬੰਦੇ ਹੈਗੇ ਆ ਜਿਹੜੇ ਤੁਹਾਡੇ ਨਾਲ ਤੁਹਾਨੂੰ ਲੱਗਦਾ ਹੈ ਕਿ ਪੈਸਾ ਉਹਨਾਂ ਨੇ ਖਾਧਾ ਆ ਤੇ ਤੁਹਾਡੇ ਨਾਲ ਹੈ ਜਿਹੜਾ ਧੱਕਾ ਹੋ ਰਿਹਾ? ਦੇਖੋ ਜੀ, ਜਿਹੜਾ ਪੈਸਾ ਖਾਧਾ ਉਹ ਤਾਂ ਸਾਨੂੰ ਸਾਫ਼ ਪਤਾ ਹੈ ਕਿ ਐਸਐਚਓ ਸੁਲੱਖਣ ਸਿੰਘ, ਏਐਸਆਈ ਬਲਵਿੰਦਰ ਕੁਮਾਰ, ਉਹ ਤਾਂ ਸਾਨੂੰ ਸਾਫ਼ ਦਿਖਦਾ ਪਿਆ ਆ। ਦੂਜੀ ਗੱਲ, ਇਹ ਵੱਡੇ ਅਫਸਰ ਆ ਏਸੀਪੀ ਸਾਹਿਬ ਤੇ ਸੀਪੀ ਸਾਹਿਬ, ਸੀਪੀ ਭੁੱਲਰ ਸਾਹਿਬ ਤੇ ਏਸੀਪੀ ਛੇਤਰਾ ਸਾਹਿਬ। ਮਸਲਾ ਇਹ ਹੈ ਕਿ ਅਸੀਂ ਨਹੀਂ ਕਹਿ ਸਕਦੇ ਕਿ ਇਹਨਾਂ ਨੇ ਪੈਸੇ ਖਾਧੇ, ਬਟ ਜਿੱਦਾਂ ਸਾਨੂੰ ਇਹਨਾਂ ਨੇ ਇਨਸਾਫ ਨਹੀਂ ਅੱਜ ਤੱਕ ਦਿਵਾਇਆ, ਸਾਨੂੰ ਧੱਕੇ ਖਿਲਾ ਰਹੇ, ਸਾਡਾ ਕੋਈ ਕਾਰਵਾਈ ਨਹੀਂ ਕਰ ਰਹੇ, ਇਸ ਹਿਸਾਬ ਨਾਲ ਮੈਨੂੰ ਲੱਗ ਰਿਹਾ ਕਿ ਕਿਤੇ ਮਿਲੀ ਭਗਤੀ ਵਿੱਚ ਹੈਗੀ ਹੈ। ਨਹੀਂ ਦੇਖੋ, ਦੋ ਨਾਂ ਤੁਸੀਂ ਇੱਦਾਂ ਦੇ ਲਿੱਤੇ ਨੇ, ਇੱਕ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਤੇ ਇੱਕ ਜਿਹੜੇ ਹੈ ਛੇਤਰਾ, ਏਸੀਪੀ ਛੇਤਰਾ। ਹੁਣ ਜਿਹੜੇ ਦੋ ਤੁਸੀਂ ਨਾਲ ਪਹਿਲਾਂ ਲਿੱਤੇ ਹੈਗੇ ਆ, ਠੀਕ ਹੈ, ਉਹਨਾਂ ਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਪੈਸੇ ਖਾਧੇ ਆ ਜਾਂ ਚਾਰਾਂ ਦਾ ਤੁਸੀਂ ਕਹਿੰਦੇ ਪਏ ਹੋ? ਚਾਰਾਂ ਦੇ ਲਈ ਪੈਸੇ ਤਾਂ ਦੋਨਾਂ ਨੇ ਖਾਧੇ, ਤਾਂ ਹੀ ਅਸੀਂ ਇਹ ਵੱਡੇ ਸਾਹਿਬ ਉਹਨਾਂ ਕੋਲ ਆਏ ਸੀ ਕਿ ਸਾਡਾ ਇਹ ਇਨਸਾਫ ਕਰਨਗੇ, ਪਰ ਹੁਣ ਇਹੀ ਨਹੀਂ ਇਨਸਾਫ ਕਰਦੇ, ਫਿਰ ਅਸੀਂ ਸਾਰੇ ਇੱਕੋ ਬਰਾਬਰੀ ਤੋਲਣਾ ਸਾਰਿਆਂ ਨੂੰ। ਜੇ ਸਾਨੂੰ ਇਨਸਾਫ ਉਹਨਾਂ ਨੇ ਦੇਣਾ ਹੁੰਦਾ ਉਹ ਤਾਂ ਦੇ ਦੇਣਾ ਸੀਗਾ, ਪਰ ਉਹਨੇ ਦਿੱਤਾ ਨਹੀਂ ਕਿਉਂਕਿ ਪੈਸੇ ਚੜ੍ਹ ਗਏ, ਤੇ ਹੁਣ ਸਾਨੂੰ ਇੱਥੋਂ ਵੀ ਨਹੀਂ ਇਨਸਾਫ ਮਿਲਿਆ। ਅਸੀਂ ਤਾਂ ਇਹੀ ਸੋਚਾਂਗੇ ਕਿ ਭਾਈ ਸਾਰੇ ਬਰਾਬਰ ਦੇ ਹੱਕਦਾਰ ਆ। ਤੇ ਹੁਣ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ, ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਕਿ ਤੁਹਾਡੇ ਨਾਲ ਇੰਨਾ ਜ਼ਿਆਦਾ ਜਿਹੜਾ ਅਤਿਆਚਾਰ ਹੋ ਗਿਆ? ਹਾਲਾਂਕਿ ਇੱਕ ਚੀਜ਼ ਅਸੀਂ ਤੁਹਾਨੂੰ ਫਿਰ ਜ਼ਰੂਰ ਇਸ ਚੀਜ਼ ਨਾਲ ਜਾਣੂ ਕਰਾਉਣਾ ਚਾਹਾਂਗੇ, ਜਿਹੜੇ ਮਹਿਲਾਵਾਂ ਦੇ ਉੱਤੇ ਅਤਿਆਚਾਰ ਹੁੰਦੇ ਨੇ, ਦਹੇਜ ਨੂੰ ਲੈ ਕੇ, ਡੋਰੀ ਨੂੰ ਲੈ ਕੇ, ਠੀਕ ਹੈ, ਉਹਨਾਂ ਤੋਂ ਪੈਸਾ ਵਸੂਲਣ ਦੀ ਮੰਗ ਕੀਤੀ ਜਾਂਦੀ ਹੈਗੀ ਹੈ, ਔਰ ਉੱਥੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਸ਼ਾਇਦ ਘਰ ਵਾਲਾ ਵੀ ਜਿਹੜਾ ਉਹ ਸਾਥ ਨਹੀਂ ਦਿੰਦਾ। ਹਾਲਾਂਕਿ ਉਹਨਾਂ ਨੇ ਆਪਣੇ ਮੂੰਹੋਂ ਕਬੂਲਿਆ ਵੀ ਹੈਗਾ ਕਿ ਉਹਨਾਂ ਨੇ ਥੋੜ੍ਹਾ ਟਾਈਮ ਜਿਹੜਾ ਉਹ ਸਾਥ ਨਹੀਂ ਦਿੱਤਾ, ਲੇਕਿਨ ਹੁਣ ਅੰਤ ਦੇ ਵਿੱਚ ਆ ਕੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੇਰੀ ਵਾਈਫ ਦੇ ਨਾਲ ਗਲਤ ਹੋ ਰਿਹਾ, ਤਾਂ ਉਹ ਸਿੱਧੇ ਰਾਹੀ ਵੀ ਪੈ ਗਏ। ਹੁਣ ਉਹਨਾਂ ਦੇ ਨਾਲ ਮੋਢਾ ਲਾ ਕੇ ਖੜੇ ਨੇ, ਇਨਸਾਫ ਦੀ ਗੁਹਾਰ ਲਗਾ ਰਹੇ ਨੇ। ਜਿੱਥੇ ਪੁਲਿਸ ਪ੍ਰਸ਼ਾਸਨ ਦੇ ਕੋਲ ਲੋਕ ਹੈ ਜਿਹੜੇ ਬੜੀ ਉਮੀਦਾਂ ਦੇ ਨਾਲ ਜਾਂਦੇ ਨੇ ਔਰ ਆਪਣੀ ਉਮੀਦ ਨੂੰ ਉਹ ਚਾਹੁੰਦੇ ਨੇ ਕਿ ਸਾਡੀ ਉਮੀਦ ਜਿਹੜੀ ਉਹ ਪੂਰੀ ਹੋਵੇ, ਸਾਨੂੰ ਇਨਸਾਫ ਮਿਲੇ, ਤਾਂ ਉਹ ਹਜੇ ਤੱਕ ਭਟਕ ਰਹੇ ਨੇ। ਤੇ ਅੰਤ ਦੇ ਵਿੱਚ ਉਹ ਆਉਂਦੇ ਨੇ ਮੀਡੀਆ ਦੇ ਕੋਲ, ਤਾਂ ਸਾਡੀ ਕੋਸ਼ਿਸ਼ ਹੈਗੀ ਹੈ ਕਿ ਇਹਨਾਂ ਦੀ ਆਵਾਜ਼ ਹੈ ਜਿਹੜੀ ਪ੍ਰਸ਼ਾਸਨ ਤੱਕ ਪਹੁੰਚੇ ਔਰ ਇਹਨਾਂ ਨੂੰ ਇਨਸਾਫ ਜ਼ਰੂਰ ਮਿਲੇ। ਤੁਰਦੇ ਇੱਕ ਵਾਰੀ ਅਸੀਂ ਇਹ ਜਾਣਨਾ ਚਾਹਾਂਗੇ ਹੁਣ ਤੁਹਾਡੇ ਤੋਂ ਕਿ ਤੁਸੀਂ ਹੁਣ ਕੀ ਮੰਗ ਕਰਦੇ ਹੋ ਕਿ ਔਰ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ, ਜਿੱਦਾਂ ਕਿ ਹੁਣ ਤੱਕ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ 9 ਮਹੀਨਿਆਂ ਤੋਂ, ਤੇ ਤੁਹਾਡਾ ਅਗਲਾ ਕਦਮ ਕੀ ਹੋਵੇਗਾ ਮੰਗ ਦੇ ਨਾਲ? ਤੁਸੀਂ ਕੀ ਚਾਹੁੰਦੇ ਹੋ? ਅਗਲਾ ਕਦਮ ਮੈਡਮ, ਮੈਂ ਤਾਂ ਇਹਨਾਂ ਦੀ ਸਲਾਹ, ਇਹਨਾਂ ਨੇ ਮੈਨੂੰ ਦੱਸਿਆ ਮੈਂ ਕੌਣ ਦਾ, ਕਿਉਂਕਿ ਹੋਇਆ ਤਾਂ ਵਿਚਾਰੀ ਇਹਨਾਂ ਅਤਿਆਚਾਰ ਆ। ਹੁਣ ਇਹ ਇੱਦਾਂ ਕਹਿ ਰਹੇ ਆ ਕਿ ਅਸੀਂ ਡੀਸੀ ਸਾਹਿਬ ਨੂੰ ਮੰਗ ਕਰਦੇ ਆ, ਕੈਪਟਨ ਸੀਐਮ ਸਾਹਿਬ ਨੂੰ ਮੰਗ ਕਰਦੇ ਹਾਂ ਕਿ ਸਾਡਾ 10 ਦਿਨ, ਆਉਣ ਵਾਲੇ 10 ਦਿਨਾਂ ਵਿੱਚ ਸਾਡੇ ਜੋ ਵੀ ਸਾਡੇ ਕੋਲ ਸਬੂਤ ਪਏ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਉਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਦਾਜ ਦੀ ਬਲੀ ਨਾ ਚੜ੍ਹੇ, ਕੋਈ ਵੀ ਕਿਸੇ ਕੁੜੀ ਨੂੰ, ਇੱਜ਼ਤ ਨੂੰ ਛੱਡੋ, ਉਂਗਲ ਵੀ ਉਹਦੇ ਵੱਲ ਚੱਕ ਨਾ ਸਕੇ, ਇੰਨਾ ਡਰ ਪਵੇ, ਕਿਉਂਕਿ ਇਹ ਦੋਸ਼ੀਆਂ ਦੀ ਹਿੰਮਤ ਉਦੋਂ ਵੱਧਦੀ ਹੈ ਜਦੋਂ ਕਿ ਪੁਲਿਸ ਪ੍ਰਸ਼ਾਸਨ ਨਾਲ ਮਿਲੇ ਹੋਣ। ਇਸ ਕਰਕੇ ਕ੍ਰਾਈਮ ਵਧਣ ਤੋਂ ਪਹਿਲਾਂ ਹੀ ਆਪਾਂ ਰੋਕ ਲਈਏ ਤਾਂ ਵਧੀਆ ਗੱਲ ਆ। ਦੂਜੀ ਗੱਲ, ਡੀਸੀ ਸਾਹਿਬ ਨੂੰ ਮੈਂ ਮੰਗ ਕਰਦਾ ਕਿ 10 ਦਿਨ ਦੇ ਅੰਦਰ ਸਾਡੀ ਸੁਣਵਾਈ ਕੀਤੀ ਜਾਵੇ, ਸਾਨੂੰ ਇਨਸਾਫ ਦਿੱਤਾ ਜਾਵੇ, ਨਹੀਂ ਤਾਂ 10 ਦਿਨਾਂ ਬਾਅਦ ਮੈਂ, ਮੇਰੀ ਵਾਈਫ, ਮੇਰੇ ਬੱਚਿਆਂ ਸਮੇਤ ਅਸੀਂ ਆ ਕੇ ਬਾਹਰ ਧਰਨਾ ਦੇਵਾਂਗੇ। ਉੱਦਾਂ ਵੀ ਪ੍ਰਸ਼ਾਸਨ ਤੋਂ ਦੁਖੀ ਹੋ ਕੇ ਮਰਨਾ ਹੀ ਆ, ਉੱਥੇ ਆ ਕੇ ਮਰ ਜਾਵਾਂਗੇ, ਸੁਸਾਈਡ ਕਰਾਂਗੇ। ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਦਲਿਤ ਆ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਨੂੰ ਧੱਕਾ ਕਰੀ ਜਾਓ। एनकाउंटर में जलंधर से निशा शर्मा की रिपोर्ट।